ਇੱਕ ਕਿਤੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਵੀ ਜਿਹੜੀ ਆਰਐਸਐਸ ਹੈਗੀ ਆ ਉਹ ਉਹਦੇ ਅੰਡਰ ਹੈ ਜਾਂ ਉਹਦੇ ਅਧੀਨ ਪ੍ਰਭਾਵ ਹੇਠ ਹੈਗਾ ਉਹ ਤਖਤ। ਕਿਵੇਂ ਮੰਨਦੇ ਹੋ ਗੱਲ ਇਹ ਤੁਸੀਂ? ਦੇਖੋ ਕੱਲਾ ਚੱਲਦੀ ਹੈਗੀ ਹੈ ਵੀ ਕੱਲਾ ਕੱਲਾ ਉਹ ਇੰਟਰਫੇਰੈਂਸ ਜਿਹੜੀ ਚੱਲ ਰਹੀ ਹੈ ਨਾ, ਉਹ ਲੱਗ ਰਿਹਾ, ਉਸ ਤੋਂ ਲੋਕ ਸਵਾਲ ਵੀ ਚੱਕ ਰਹੇ ਹੈਗੇ ਇਸ ਮਾਮਲੇ ਤੇ। ਦੇਖੋ ਕੱਲਾ ਤਖਤ ਹਰਮੰਦਰ ਜੀ ਪਟਨਾ ਸਾਹਿਬ ਹੀ ਆਰਐਸਐਸ ਦੇ ਪ੍ਰਭਾਵ ਥੱਲੇ ਨਹੀਂ ਗਿਆ, ਬਲਕਿ ਹੁਣ ਤਾਂ ਦਿੱਲੀ ਕਮੇਟੀ ਚਲੀ ਗਈ, ਹਰਿਆਣਾ ਕਮੇਟੀ ਚਲੀ ਗਈ, ਪਹਿਲਾਂ ਪਟਨਾ ਆਪਣਾ ਤਖਤ ਹਜ਼ੂਰ ਸਾਹਿਬ ਬੋਰਡ ਜਿਹੜਾ ਉਹ ਵੀ ਕਿਤੇ ਨਾ ਕਿਤੇ ਆਰਐਸਐਸ ਦੇ ਪ੍ਰਭਾਵ ਥੱਲੇ ਹੈ। ਅਸਲ ਵਿੱਚ ਮੈਂ ਜੋ ਸਮਝਦਾ ਕਿ ਸਰਕਾਰਾਂ ਗੁਰਦੁਆਰੇ ਸਾਹਿਬਾਨ ਨੂੰ ਮੰਦਰਾਂ ਵਿੱਚ ਤਬਦੀਲ ਕਰਨਾ ਚਾਹੁੰਦੀਆਂ ਨੇ। ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਪੰਥ ਦੇ ਜਾਂ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਲੜਦੀ ਸੀ, ਉਹਨੇ ਵੀ ਉਸ ਕਿਸਮ ਦੀ ਆਵਾਜ਼ ਚੱਕੀ ਹੈ ਜਿਸ ਕਿਸਮ ਦੀ ਚੱਕਣੀ ਚਾਹੀਦੀ ਸੀ। ਇਹਦੇ ਲਈ ਇੱਕੋ ਇੱਕ ਸਦੀਵੀ ਤੇ ਸਥਾਈ ਹੱਲ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹ ਦ੍ਰਿੜਤਾ ਨਾਲ ਫੈਸਲਾ ਕਰਨ ਤੇ ਕਰਵਾਉਣ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣੇ। ਆਲ ਇੰਡੀਆ ਗੁਰਦੁਆਰਾ ਐਕਟ ਦੇ ਬਣਨ ਦੇ ਤੋਂ ਬਾਅਦ ਸੂਬਿਆਂ ਨੂੰ ਅਧਿਕਾਰ ਦਿੱਤੇ ਜਾਣ, ਸੂਬਿਆਂ ਦੀਆਂ ਵੱਖਰੀਆਂ ਕਮੇਟੀਆਂ ਹੋਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਮੈਂ ਜਗਜੀਤ ਸਿੰਘ ਪੰਜੋਲੀ। ਅੱਜ ਗੱਲ ਕਰਾਂਗੇ ਤਖਤ ਸ੍ਰੀ ਪਟਨਾ ਸਾਹਿਬ ਦੇ ਵਿੱਚ ਜਿਹੜੇ ਜਥੇਦਾਰ ਦੇ ਅਹੁਦੇ ਨੂੰ ਲੈ ਕੇ ਵਿਵਾਦ ਚੱਲ ਰਿਹਾ, ਉਹ ਵਿਵਾਦ ਦੇ ਬਾਰੇ ਗੱਲਬਾਤ ਕਰਾਂਗੇ। ਉਹ ਤੋਂ ਪਹਿਲਾਂ ਮੈਂ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰ ਲਾਂ ਕਿ ਤਖਤ ਸ੍ਰੀ ਪਟਨਾ ਸਾਹਿਬ ਦਾ ਵਿਵਾਦ ਜਿਹੜਾ ਜਥੇਦਾਰ ਨੂੰ ਲੈ ਕੇ ਚੱਲ ਰਿਹਾ, ਉੱਥੇ ਇੱਕ ਧੜੇ ਵੱਲੋਂ ਰਣਜੀਤ ਸਿੰਘ ਗੌਹਰ ਜਿਹੜੇ ਨੇ ਉਹਨਾਂ ਨੂੰ ਜਥੇਦਾਰੀ ਦੇ ਦਿੱਤੀ ਜਾਂਦੀ ਹੈ, ਤੇ ਦੂਜੇ ਧੜੇ ਵੱਲੋਂ ਜਿਹੜੇ ਇੱਕ ਪਾਸੇ ਰਣਜੀਤ ਸਿੰਘ ਗੌਰ ਨੇ ਤੇ ਦੂਜੇ ਪਾਸੇ ਜਥੇਦਾਰ ਇਕਬਾਲ ਸਿੰਘ, ਤੇ ਇਹਨਾਂ ਦੇ ਵਿਚਾਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਨੋਟਿਸ ਲਿਆ ਜਾਂਦਾ ਹੈ, ਤੇ ਉਹਨਾਂ ਵੱਲੋਂ ਜਿਹੜੀ ਕਮੇਟੀ ਹੈਗੀ ਹੈ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ, ਉਹ ਸਾਰੇ ਉਹਦੇ ਮੈਂਬਰ ਜਿਹੜੇ ਨੇ ਉਹ ਤਲਬ ਕਰ ਲਏ ਜਾਂਦੇ ਹੈ, ਤੇ ਜਿਹੜੀ ਉੱਥੇ ਦੀ ਜਥੇਦਾਰ ਦੀ ਅਹੁਦੇਦਾਰੀ ਹੈਗੀ ਹੈ, ਸੇਵਾ ਹੈਗੀ ਹੈ, ਉਹ ਗਿਆਨੀ ਬਲਦੇਵ ਸਿੰਘ ਨੂੰ ਆਰਜੀ ਤੌਰ ਤੇ ਦੇ ਦਿੱਤੀ ਜਾਂਦੀ ਹੈ। ਪਰ ਫਿਲਹਾਲ ਹਲੇ ਵੀ ਜਿਹੜਾ ਜਥੇਦਾਰ ਇਕਬਾਲ ਸਿੰਘ ਹੈਗੇ ਹੈ ਉਹ ਸੇਵਾ ਨੂੰ ਦੇਖ ਰਹੇ ਆ। ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਇਸ ਬਾਬਤ ਤਮਾਮ ਮੁੱਦੇ ਦੇ ਬਾਬਤ ਗੱਲਬਾਤ ਕਰਾਂਗੇ ਕਿ ਸਾਰਾ ਵਿਵਾਦ ਕਿਉਂ ਹੈਗਾ ਤੇ ਕੀ ਵਿਵਾਦ ਹੈ, ਕਿਉਂਕਿ ਮਸਲਾ ਇਹ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨੇੜੇ ਆ ਰਿਹਾ ਹੈ। ਉਹਦੇ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਅਜਿਹੇ ਸਮੇਂ ਦੇ ਵਿੱਚ ਪਟਨਾ ਸਾਹਿਬ ਦਾ ਜਿਹੜਾ ਵਿਵਾਦ ਚੱਲ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ। ਇਹਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਮੌਜੂਦ ਨੇ। ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਵੀ ਜਥੇਦਾਰ ਜਿਹੜੇ ਇਕਬਾਲ ਸਿੰਘ ਸੀਗੇ ਉਹਨਾਂ ਦੀ ਸੇਵਾ ਨੂੰ ਲਾਂਭੇ ਕਰਨ ਲਈ ਜਥੇਦਾਰ ਅਕਾਲ ਤਖਤ ਨੂੰ ਚਿੱਠੀ ਲਿਖੀ ਸੀ। ਗੱਲਬਾਤ ਕਰਦੇ ਹਾਂ। ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜਿਹੜਾ ਮਸਲਾ ਜਥੇਦਾਰ ਪਟਨਾ ਸਾਹਿਬ ਦਾ ਆਇਆ ਹੈਗਾ, ਕਾਫੀ ਵਿਵਾਦਾਂ ਦੇ ਵਿੱਚ ਹੈਗਾ ਜੀ ਉਹ? ਦੇਖੋ ਪਹਿਲਾ ਵਿਵਾਦ ਜਿਹੜਾ ਇਹ ਹੈ ਵੀ ਜਿਹੜਾ ਗਿਆਨੀ ਇਕਬਾਲ ਸਿੰਘ ਸੀ ਉਹਦਾ ਰੋਲ ਕੋਈ ਬਹੁਤਾ ਚੰਗਾ ਰੋਲ ਨਹੀਂ ਸੀ ਜੀ। ਉਹਨੂੰ ਉੱਥੇ ਦੀ ਕਮੇਟੀ ਨੇ ਹਟਾਤਾ, ਮੁੜ ਕੇ ਗੌਰਵ ਮਸ਼ਕੀਨ ਰਣਜੀਤ ਸਿੰਘ ਜੀ ਨੂੰ ਉੱਥੇ ਜਥੇਦਾਰ ਲਗਾ ਦਿੱਤਾ ਗਿਆ ਸੀ। ਲੇਕਿਨ ਇੱਕ ਆਪਣਾ ਜਲੰਧਰ ਦੇ ਲਾਗੇ ਕਰਤਾਰਪੁਰ ਪਿੰਡ ਦੇ ਇੱਕ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੇ, ਉਹਨਾਂ ਨੇ ਕੁਝ ਵਸਤੂਆਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਭੇਟ ਕੀਤੀਆਂ, ਜਿਨ੍ਹਾਂ ਵਿੱਚ ਇੱਕ ਸ੍ਰੀ ਸਾਹਿਬ ਵੀ ਹੈ, ਇੱਕ ਮਾਲਾ ਵੀ ਹੈ, ਇੱਕ ਕਲੰਗੀ ਵੀ ਹੈ, ਇੱਕ ਪਲੰਗ ਵੀ ਹੈ। ਉਹਨਾਂ ਗੱਲਾਂ ਨੂੰ ਲੈ ਕੇ ਬੜਾ ਵਿਵਾਦ ਛਿੜਿਆ। ਕੋਈ ਕਹਿੰਦਾ ਜੀ ਇਹ ਨਕਲੀ ਨੇ, ਕੋਈ ਕਹਿੰਦਾ ਇਹ ਅਸਲੀ ਨੇ। ਇਹ ਇਸ ਕਿਸਮ ਦਾ ਵਿਵਾਦ ਸੀ। ਜਿਹੜਾ ਡਾਕਟਰ ਸਮਰਾ ਸਾਹਿਬ ਨੇ ਆਪਣਾ ਗੌਰਵ ਮਸ਼ਕੀਨ ਰਣਜੀਤ ਸਿੰਘ 'ਤੇ ਬੜੇ ਗੰਭੀਰ ਦੋਸ਼ ਲਾਏ, ਅਤੇ ਗੌਰਵ ਮਸ਼ਕੀਨ ਜੀ ਨੇ ਇਸ ਸੰਬੰਧੀ ਆਪਣਾ ਸਪਸ਼ਟੀਕਰਨ ਵੀ ਦਿੱਤਾ। ਮੈਂ ਜਥੇਦਾਰ ਸ੍ਰੀ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਇੱਕ ਚਿੱਠੀ ਲਿਖੀ ਸੀ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਖਾਲਸਾ ਪੰਥ ਦਾ ਬਹੁਤ ਹੀ ਮਹਾਨ ਪਵਿੱਤਰ ਤਖਤ ਹੈ। ਦੁਨੀਆ ਭਰ ਦੀਆਂ ਨਜ਼ਰਾਂ ਜਿਹੜੀਆਂ ਨੇ ਇਸ ਵਾਦ ਵਿਵਾਦ ਵਿੱਚ ਲੱਗੀਆਂ ਹੋਈਆਂ ਨੇ। ਮੇਰੀ ਉਹਨਾਂ ਨੂੰ ਰਾਏ ਸੀ ਵੀ ਕਿ ਇਹਨਾਂ ਸਾਰੇ ਬੰਦਿਆਂ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕਰਨਾ ਚਾਹੀਦਾ ਹੈ। ਇੱਕ ਕਮੇਟੀ ਵਿਦਵਾਨਾਂ ਦੀ ਬਣਾਉਣੀ ਚਾਹੀਦੀ ਹੈ ਕਿ ਜਿਹੜਾ ਗੁਰਵਿੰਦਰ ਸਿੰਘ ਸਮਰਾ ਹੈ ਉਹਨੇ ਕਿਹੜੀਆਂ ਵਸਤੂਆਂ ਭੇਟ ਕੀਤੀਆਂ ਨੇ, ਉਹਨਾਂ ਦਾ ਸੁਨਿਆਰੇ ਤੋਂ ਬਕਾਇਦਾ ਬਿੱਲ ਲੈਣਾ ਚਾਹੀਦਾ ਜਿਸ ਸੁਨਿਆਰੇ ਤੋਂ ਉਹ ਚੀਜ਼ਾਂ ਬਣਵਾਈਆਂ ਗਈਆਂ ਨੇ। ਫਿਰ ਉਹਦਾ ਦੇਖਣਾ ਚਾਹੀਦਾ ਕਿੰਨੇ ਕੈਰਟ ਦਾ ਸੋਨਾ ਹੈ।
ਉਹ ਸਾਰੀਆਂ ਚੀਜ਼ਾਂ ਅੱਗੇ ਰਿਸੀਵ ਕਿਹਨੇ ਕੀਤੀਆਂ ਨੇ, ਜਿਹਨੇ ਵੀ ਰਿਸੀਵ ਕੀਤੀਆਂ ਨੇ ਉਹਨੂੰ ਵੀ ਇਸ ਗੱਲ ਦਾ ਮਤਲਬ ਉਹਦੇ ਧਿਆਨ ਵਿੱਚ ਰਹਿਣਾ ਚਾਹੀਦਾ ਸੀ ਕਿ ਇਹ ਕਿੰਨੇ ਕੈਰਟ ਦਾ ਸੋਨਾ, ਕਿੰਨਾ ਤੋਲੇ ਦਾ ਜਾਂ ਕਿੰਨੇ ਕਿਲੋ ਦਾ, ਕਿੰਨੀ ਪੇਮੈਂਟ ਉਹਨੂੰ ਦਿੱਤੀ ਗਈ ਹੈ, ਪੇਮੈਂਟ ਚੈੱਕ ਰਾਹੀਂ ਦਿੱਤੀ ਗਈ ਹੈ, ਕੈਸ਼ ਦਿੱਤੀ ਗਈ ਹੈ ਜਾਂ ਬੈਂਕ ਰਾਹੀਂ ਟਰਾਂਸਫਰ ਕਰਾਈ ਗਈ ਹੈ, ਜਾਂ ਫਿਰ ਜਿਸ ਖਾਤੇ 'ਚੋਂ ਪੈਸੇ ਗਏ ਉਸ ਖਾਤੇ ਵਿੱਚ ਉਹਨੇ ਪੈਸੇ ਉੱਥੇ ਸੀ ਵੀ ਕਿ ਨਹੀਂ ਵੀ ਸੀ। ਇਹ ਸਾਰਾ ਵਾਦ ਵਿਵਾਦ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਸਿੱਖ ਪੰਥ ਦੀ ਬਦਨਾਮੀ ਕੀਤੀ, ਤਖਤ ਦੀ ਬਦਨਾਮੀ ਕੀਤੀ। ਹੁਣ ਉਲਟਾ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਜਿਹੜੀ ਹੈ ਉਹ ਖਾਲਸਾ ਪੰਥ ਵਿੱਚ ਸਰਵਉੱਚ ਅਸੀਂ ਪਦਵੀ ਤਸਲੀਮ ਕਰਦੇ ਹਾਂ, ਕਿਉਂਕਿ ਦੋ ਹੀ ਪਦਵੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਸਥਾਪਿਤ ਕੀਤੀਆਂ ਨੇ। ਇੱਕ ਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਉਹ ਭਾਈ ਗੁਰਦਾਸ ਜੀ ਨੂੰ ਲਾਇਆ ਗਿਆ, ਉਹ ਵੀ ਗੁਰੂ ਸਾਹਿਬ ਨੇ ਲਾਇਆ ਸੀ। ਫਿਰ ਬਾਬਾ ਆਪਣਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਸੀ ਉਹ ਵੀ ਗੁਰੂ ਸਾਹਿਬ ਜੀ ਨੇ ਨਿਯਤ ਕੀਤਾ ਸੀ। ਅਤੇ ਦੋ ਜਿਹੜੇ ਨੇ ਬਾਬਾ ਬੁੱਢਾ ਜੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲਾਏ, ਭਾਈ ਗੁਰਦਾਸ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਏ। ਇਹ ਦੋ ਪਦਵੀਆਂ ਗੁਰੂ ਸਾਹਿਬਾਨ ਨੇ ਲਾਈਆਂ ਨੇ। ਇਸ ਕਰਕੇ ਨਾ ਪਦਵੀਆਂ ਦਾ ਰੁਤਬਾ ਪੰਥ ਵਿੱਚ ਬਹੁਤ ਮਹਾਨ ਹੈ, ਪਵਿੱਤਰ ਹੈ, ਅਤੇ ਇਹ ਸਾਡੇ ਲਈ ਇਲਾਹੀ ਹੁਕਮ ਵੀ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਭਾਈ ਬਲਦੇਵ ਸਿੰਘ ਦੀ ਡਿਊਟੀ ਬਤੌਰ ਜਥੇਦਾਰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਾਈ ਗਈ ਹੈ, ਸੰਗਤਾਂ ਨੂੰ, ਪ੍ਰਬੰਧਕਾਂ ਨੂੰ, ਬੋਰਡ ਨੂੰ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ, ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਸਰਕਾਰ ਨੂੰ ਕਿਸੇ ਕਿਸਮ ਦਾ ਵੀ ਇਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਕਿਉਂਕਿ ਧਰਮ ਵਿੱਚ ਜੇ ਕਾਨੂੰਨ ਦਖਲ ਦੇਗਾ ਤਾਂ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਬਹੁਤ ਜਜ਼ਬਾਤੀ ਹੁੰਦੀਆਂ ਨੇ, ਫਿਰ ਲੋਕਾਂ ਵਿੱਚ ਬੜੀ ਵੱਡੀ ਰਿਜੈਂਟਮੈਂਟ ਪੈਦਾ ਹੁੰਦੀ ਹੈ। ਗੌਰੇ ਮਸਕੀਨ ਦੀ ਗੱਲ ਜਿਹੜੀ ਹੈ ਉਹ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸੁਣਨੀ ਚਾਹੀਦੀ ਹੈ। ਉਹ ਜਿਸ ਕਿਸਮ ਦਾ ਦੋਸ਼ ਲਾ ਰਹੇ ਨੇ ਡਾਕਟਰ ਗੁਰਵਿੰਦਰ ਸਿੰਘ ਸਮਰੇ 'ਤੇ ਕਿ ਇਹਨਾਂ ਨੇ ਮੇਰੇ ਨਾਲ ਝੂਠ ਬੋਲਿਆ, ਮੇਰੇ ਨਾਲ ਫਰਾਡ ਕੀਤਾ, ਮੇਰੇ ਨਾਲ ਧੋਖਾ ਕੀਤਾ, ਮੈਨੂੰ ਫਸਾਉਣ ਦਾ ਯਤਨ ਕੀਤਾ, ਜੇ ਗੱਲਾਂ ਉਹਨਾਂ ਦੀਆਂ ਸੱਚੀਆਂ ਨੇ ਤਾਂ ਮੈਂ ਸਮਝਦਾ ਕਿ ਸਾਰੇ ਮਾਮਲੇ ਦੀ ਬੜੀ ਗੰਭੀਰਤਾ ਨਾਲ ਪੜਤਾਲ ਹੋਣੀ ਚਾਹੀਦੀ ਹੈ। ਸੱਚ ਝੂਠ ਦਾ ਨਿਤਾਰਾ ਹੋਣਾ ਚਾਹੀਦਾ। ਇਹ ਬੜੀ ਮਾੜੀ ਗੱਲ ਹੁੰਦੀ ਹੈ ਕਿ ਕਈ ਵਾਰ ਲੋਕ ਸ਼ਰਧਾ ਬਸ ਜਾਲੀ ਚੀਜ਼ਾਂ ਤਖਤਾਂ 'ਤੇ ਚੜ੍ਹਾ ਜਾਂਦੇ ਨੇ। ਇੱਥੇ ਫਤਿਹਗੜ੍ਹ ਸਾਹਿਬ ਵੀ ਇੱਕ ਸਾਧ ਆ ਕੇ 5 ਪਿਆਰਿਆਂ ਨੂੰ ਤੋਲਾ ਸੋਨਾ ਦੇ ਗਿਆ। ਜਦੋਂ ਮੈਂ ਉਹਦੀ ਪੜਤਾਲ ਕਰਾਈ ਉਹ ਸਾਰੇ ਦਾ ਸਾਰਾ ਜਾਲੀ ਨਿਕਲਿਆ ਅਤੇ ਉਹ ਵਿਚਾਰੇ ਸਾਰੇ ਮੁਲਾਜ਼ਮ ਸਸਪੈਂਡ ਹੋਏ। ਮੈਂ ਬੜੀ ਮੁਸ਼ਕਲ ਨਾਲ ਬਚਾਏ ਉਹ। ਅਤੇ ਮੈਂ ਇਹ ਸਮਝਦਾ ਕਿ ਗੁਰਵਿੰਦਰ ਸਿੰਘ ਸਮਰਾ ਕੋਈ ਖੁਦਾ ਨਹੀਂ ਹੈ, ਪਰਮਾਤਮਾ ਨਹੀਂ ਹੈ ਕਿ ਉਹ ਝੂਠ ਨਹੀਂ ਬੋਲ ਸਕਦਾ ਜਾਂ ਫਰੇਬ ਨਹੀਂ ਕਰ ਸਕਦਾ ਜਾਂ ਧੋਖਾ ਨਹੀਂ ਕਰ ਸਕਦਾ। ਜੇ ਉਹ ਸੱਚਾ ਉਹ ਵੀ ਅਕਾਲ ਤਖਤ 'ਤੇ ਪੇਸ਼ ਹੋਵੇ ਅਤੇ ਗੌਰੇ ਮਸਕੀਨ ਵੀ ਹੋਵੇ ਅਤੇ ਗਿਆਨੀ ਇਕਬਾਲ ਸਿੰਘ ਨੂੰ ਉਹਨਾਂ ਚਿਰ ਕੋਈ ਸੇਵਾ ਨਹੀਂ ਦਿੱਤੀ ਜਾਣੀ ਚਾਹੀਦੀ ਜਿੰਨਾ ਚਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਦੇ ਵਿੱਚ ਇੰਟਰਵਿਊਨ ਉਹਨਾਂ ਨੇ ਕੀਤਾ ਹੋਇਆ ਕਿ ਬਲਦੇਵ ਸਿੰਘ ਇਹ ਸੇਵਾ ਨਿਭਾਏਗਾ। 6 ਤਰੀਕ ਨੂੰ ਇਹਨਾਂ ਨੂੰ ਸੱਦਿਆ, ਇਹਨਾਂ ਨੂੰ 6 ਨੂੰ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣਾ ਚਾਹੀਦਾ ਅਤੇ ਤਖਤ ਦੀਆਂ ਸਭਾਵਾਂ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਭਾਈ ਬਲਦੇਵ ਸਿੰਘ ਨੂੰ ਚਲਾਉਣੀਆਂ ਚਾਹੀਦੀਆਂ ਨੇ। ਇੱਕ ਕਿਤੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਵੀ ਜਿਹੜੀ RSS ਹੈਗੀ ਆ ਉਹ ਉਹਦੇ ਅੰਡਰ ਹੈ ਜਾਂ ਉਹਦੇ ਅਧੀਨ ਪ੍ਰਭਾਵ ਹੇਠ ਹੈਗਾ ਉਹ ਤਖਤ, ਕਿਵੇਂ ਮੰਨਦੇ ਹੋ ਗੱਲ ਇਹ ਤੁਸੀਂ? ਦੇਖੋ ਕੱਲਾ ਚੱਲਦੀ ਹੈਗੀ ਹੈ ਵੀ ਕੱਲਾ ਉਹ ਇੰਟਰਫੇਰੈਂਸ ਜਿਹੜੀ ਚੱਲ ਰਹੀ ਹੈ ਨਾ ਉਹ ਲੱਗ ਰਿਹਾ, ਉਸ ਤੋਂ ਲੋਕ ਸਵਾਲ ਵੀ ਚੱਕ ਰਹੇ ਹੈਗੇ ਇਸ ਮਾਮਲੇ 'ਤੇ। ਦੇਖੋ ਕੱਲਾ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਹੀ RSS ਦੇ ਪ੍ਰਭਾਵ ਥੱਲੇ ਨਹੀਂ ਗਿਆ, ਬਲਕਿ ਹੁਣ ਤਾਂ ਦਿੱਲੀ ਕਮੇਟੀ ਚਲੀ ਗਈ, ਹਰਿਆਣਾ ਕਮੇਟੀ ਚਲੀ ਗਈ, ਪਹਿਲਾਂ ਪਟਨਾ ਆਪਣਾ ਤਖਤ ਹਜ਼ੂਰ ਸਾਹਿਬ ਬੋਰਡ ਜਿਹੜਾ ਉਹ ਵੀ ਕਿਤੇ ਨਾ ਕਿਤੇ RSS ਦੇ ਪ੍ਰਭਾਵ ਥੱਲੇ ਹੈ। ਇਹ ਸਾਰਾ ਪ੍ਰਭਾਵ ਕਿੰਨਾ ਕੁ ਹੈ ਕਿੰਨਾ ਕੁ ਨਹੀਂ ਇਹ ਤਾਂ ਮੈਨੂੰ ਨਹੀਂ ਪਤਾ, ਪਰ ਆਮ ਸਿੱਖ ਸੰਗਤਾਂ ਦੇ ਮਨਾਂ ਵਿੱਚ ਇਹ ਗੱਲ ਜਾ ਚੁੱਕੀ ਹੈ ਕਿ ਗੁਰਦੁਆਰੇ ਪ੍ਰਬੰਧ ਉੱਤੇ ਮਤਲਬ ਜਿਹੜੀ ਇਹ RSS ਹੈ ਉਹ ਕਬਜ਼ਾ ਕਰਨਾ ਚਾਹੁੰਦੀ ਹੈ। ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਹੋਵੇਗਾ ਉੱਤਰਾਖੰਡ ਦੇ ਵਿੱਚ ਕਈ ਗੁਰਦੁਆਰੇ ਸਾਹਿਬਾਨ ਦੇ ਅੰਦਰ ਰਾਮਲੀਲਾ ਰਚਾਈ ਗਈ। ਉਹਨਾਂ ਦਾ ਮਕਸਦ ਸੀ ਕਿ ਉਹ ਸਾਨੂੰ ਟੋ ਕੇ ਵੇਖਦੇ ਨੇ ਕਿ ਇਹ ਕਿੱਥੋਂ ਤੱਕ ਜਾ ਕੇ
ਗੁਰਦੁਆਰੇ ਨੂੰ ਮੰਦਰ ਤਸਲੀਮ ਕਰਨ ਲਈ ਤਿਆਰ ਨੇ। ਅਸਲ ਵਿੱਚ ਮੈਂ ਜੋ ਸਮਝਦਾ ਕਿ ਸਰਕਾਰਾਂ ਗੁਰਦੁਆਰੇ ਸਾਹਿਬਾਨ ਨੂੰ ਮੰਦਰਾਂ ਵਿੱਚ ਤਬਦੀਲ ਕਰਨਾ ਚਾਹੁੰਦੀਆਂ ਨੇ, ਟੱਲ ਖੜਕਾਉਣਾ ਚਾਹੁੰਦੀਆਂ ਨੇ, ਉੱਥੇ ਮੂਰਤੀ ਪੂਜਾ ਸਥਾਪਿਤ ਕਰਨਾ ਚਾਹੁੰਦੀਆਂ ਨੇ, ਅਤੇ ਸਰਕਾਰਾਂ ਦੇ ਯਤਨ ਇਹ ਨੇ। ਲੇਕਿਨ ਪੰਥ ਨੂੰ ਇਹਦੇ ਪ੍ਰਤੀ ਜਾਗਣਾ ਚਾਹੀਦਾ। ਪੰਥ ਨੂੰ ਆਪਣੇ ਲੱਖ ਮਤ ਭੇਦ ਹੁੰਦਿਆਂ ਹੋਇਆਂ ਵੀ ਪੰਥ ਵਿਰੋਧੀ ਸ਼ਕਤੀਆਂ ਦਾ ਟਾਕਰਾ ਕਰਨਾ ਚਾਹੀਦਾ, ਉਹਦਾ ਮੁਕਾਬਲਾ ਕਰਨਾ ਚਾਹੀਦਾ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਿਸ ਤਰੀਕੇ ਦਾ ਵਿਰੋਧ ਜਦੋਂ ਵੱਖਰੀ ਹਰਿਆਣਾ ਕਮੇਟੀ ਬਣੀ ਹੈ, ਉਹਦਾ ਵਿਰੋਧ ਉਸ ਤਰੀਕੇ ਦਾ ਨਹੀਂ ਕਰ ਸਕੇ ਜਿਸ ਤਰੀਕੇ ਦਾ ਕਰਨਾ ਚਾਹੀਦਾ ਸੀ। ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਪੰਥ ਦੇ ਜਾਂ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਲੜਦੀ ਸੀ, ਉਹਨੇ ਵੀ ਉਸ ਕਿਸਮ ਦੀ ਆਵਾਜ਼ ਚੱਕੀ ਹੈ ਜਿਸ ਕਿਸਮ ਦੀ ਚੱਕਣੀ ਚਾਹੀਦੀ ਸੀ। ਦੇਖੋ, ਸੂਬਿਆਂ ਦੇ ਵੱਧ ਅਧਿਕਾਰਾਂ ਦਾ ਮਸਲਾ ਹੋਰ ਤਰੀਕੇ ਦਾ ਜੀ, ਉਹ ਪੋਲੀਟੀਕਲ ਹੈ, ਸਰਕਾਰ ਚਲਾਉਣ ਵਾਲਾ ਹੈ। ਲੇਕਿਨ ਜਿਹੜਾ ਗੁਰਦੁਆਰੇ ਸਾਹਿਬਾਨ ਦੀ ਮਤਲਬ ਆਡਰੀ ਆਜ਼ਾਦ ਅਤੇ ਨਿਆਰੀ ਹਸਤੀ ਦਾ ਮਸਲਾ ਹੈ, ਜਾਂ ਉਹਨਾਂ ਨੂੰ ਵੱਧ ਅਧਿਕਾਰ ਦੇਣ ਦਾ ਮਸਲਾ, ਉਹ ਅਸਲ ਵਿੱਚ ਹੋਰ ਤਰ੍ਹਾਂ ਦਾ। ਉਹ ਪੰਥਕ ਸ਼ਕਤੀ ਕਮਜ਼ੋਰ ਹੁੰਦੀ ਹੈ। ਜੇ ਸਾਡੇ ਕੋਲੋਂ ਦਿੱਲੀ ਕਮੇਟੀ ਖੁੱਸਦੀ ਹੈ, ਸ਼੍ਰੋਮਣੀ ਕਮੇਟੀ ਖੁੱਸਦੀ ਹੈ, ਪਟਨਾ ਸਾਹਿਬ ਖੁੱਸਦਾ, ਤਖਤ ਸ੍ਰੀ ਹਜ਼ੂਰ ਸਾਹਿਬ ਖੁੱਸਦੇ ਨੇ, ਇਹਦੇ ਨਾਲ ਪੰਥ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ, ਪੰਥ ਦੀ ਏਕਤਾ ਘਟਦੀ ਹੈ। ਇਹ ਸੰਸਥਾਵਾਂ ਵੱਖਰੋ ਵੱਖਰੀ ਨਹੀਂ ਰਹਿਣੀਆਂ ਚਾਹੀਦੀਆਂ, ਨਹੀਂ ਅੱਡ ਹੋਣੀਆਂ ਚਾਹੀਦੀਆਂ, ਇਕੱਠੀਆਂ ਰਹਿਣੀਆਂ ਚਾਹੀਦੀਆਂ। ਇਹਦੇ ਲਈ ਇੱਕੋ ਇੱਕ ਸਦੀਵੀ ਅਤੇ ਸਥਾਈ ਹੱਲ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਦ੍ਰਿੜਤਾ ਨਾਲ ਫੈਸਲਾ ਕਰਨ ਅਤੇ ਕਰਵਾਉਣ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣੇ। ਆਲ ਇੰਡੀਆ ਗੁਰਦੁਆਰਾ ਐਕਟ ਦੇ ਬਣਨ ਦੇ ਤੋਂ ਬਾਅਦ ਸੂਬਿਆਂ ਨੂੰ ਅਧਿਕਾਰ ਦਿੱਤੇ ਜਾਣ, ਸੂਬਿਆਂ ਦੀਆਂ ਵੱਖਰੀਆਂ ਕਮੇਟੀਆਂ ਹੋਣ, ਉਹਨਾਂ ਦੀ ਸਾਰੀ ਤਾਕਤ ਜਿਹੜੀ ਹੈ ਫੈਸਲੇ ਉਹਨਾਂ ਦੇ ਹੋਣ, ਫੈਸਲੇ ਉਹ ਕਰਨ, ਲੇਕਿਨ ਉਹਨਾਂ ਨੂੰ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ। ਆਲ ਇੰਡੀਆ ਗੁਰਦੁਆਰਾ ਐਕਟ ਬਣਾਏ ਬਗੈਰ ਸਾਡੀ ਪੰਥਕ ਸ਼ਕਤੀ ਮਜ਼ਬੂਤ ਨਹੀਂ ਹੋ ਸਕਦੀ, ਪੰਥਕ ਏਕਤਾ ਮਜ਼ਬੂਤ ਨਹੀਂ ਹੋ। ਮੇਰਾ ਸਵਾਲ ਇਹ ਸੀਗਾ ਵੀ ਜਿਸ ਤਰੀਕੇ ਨਾਲ ਪਹਿਲਾਂ ਅਕਾਲੀ ਦਲ ਕੋਲੋਂ ਜਿਹੜੀ ਸੱਤਾ ਸੀਗੀ, ਰਾਜਨੀਤਿਕ ਸੱਤਾ ਸੀ, ਉਹ ਗਈ, ਉਹ ਤੋਂ ਬਾਅਦ ਹੁਣ ਜਿਹੜਾ ਸ਼੍ਰੋਮਣੀ ਕਮੇਟੀ ਦਾ ਵੀ ਕੱਟ ਵੱਢ ਹੋ ਗਈ, ਸ਼੍ਰੋਮਣੀ ਕਮੇਟੀ ਦੀ ਵੀ ਉਹ ਵੀ ਛੋਟੀ ਰਹਿ ਗਈ। ਅਤੇ ਉਹ ਸਵਾਲ ਸੀਗਾ ਵੀ ਹੌਲੀ ਹੌਲੀ ਸਾਰੀਆਂ ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਲੋਕਾਂ ਦੇ ਅੰਦਰ ਭਰੋਸਾ ਹੈ ਹੀ ਹੈ, ਉਹ ਵੀ ਘਟਦਾ ਵੱਧਦਾ ਜਾ ਰਿਹਾ। ਸਿਆਸੀ ਜ਼ਮੀਰ ਜਿਹੜੀ ਹੈ ਜ਼ਮੀਨ, ਉਹ ਵੀ ਅਕਾਲੀ ਦਲ ਦੀ ਖੁੱਸ ਗਈ। ਅਤੇ ਧਾਰਮਿਕ ਪੱਖੋਂ ਵੀ ਜਿਹੜਾ ਪਹਿਲਾਂ ਅਕਾਲੀ ਹੁੰਦੇ ਸੀ, ਉਹ ਹਰ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰਦੇ ਸੀਗੇ। ਟੌੜਾ ਸਾਹਿਬ ਵਰਗੇ ਆਗੂ ਹੈ, ਉਹ ਆਨੰਦ ਕਾਰਜ ਵੀ ਕਰਾਉਂਦੇ ਸੀ। ਹੁਣ ਤਾਂ ਅਕਾਲੀ ਜਿਹੜੇ ਨੇ ਉਹ ਗੁਰਬਾਣੀ ਦੀ ਕੋਈ ਤੁਕ ਨਹੀਂ ਬੋਲਦੇ ਆਪਣੇ ਸਮਾਗਮ 'ਚ। ਸਰਦਾਰ ਜਗਜੀਤ ਸਿੰਘ, ਮੇਰਾ ਖਿਆਲ ਹੈ ਬਈ ਪਹਿਲਾਂ ਬੜੇ ਚੈਨਲਾਂ ਉੱਤੇ ਗੱਲਾਂ ਕਹਿ ਚੁੱਕਿਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਆਮ ਪੋਲੀਟੀਕਲ ਪਾਰਟੀਆਂ ਵਰਗੀ ਪਾਰਟੀ ਨਹੀਂ ਹੈ ਜੀ, ਇਹ ਪੰਥਕ ਪਾਰਟੀ ਹੈ। ਇਸ ਪੰਥਕ ਪਾਰਟੀ ਨੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ, ਮਨਮੱਤ ਦਾ ਪ੍ਰਹਾਰ ਕਰਨਾ ਹੈ। ਅਤੇ ਜੇ ਗੁਰਮਤਿ ਦਾ ਪ੍ਰਚਾਰ ਨਹੀਂ ਕਰੇਗੀ, ਮਨਮੱਤ ਦਾ ਪ੍ਰਹਾਰ ਨਹੀਂ ਕਰੇਗੀ, ਫਿਰ ਇਹ ਪੰਥਕ ਪਾਰਟੀ ਨਹੀਂ ਰਹਿ ਸਕੇਗੀ। ਫਿਰ ਇਹਦਾ ਪੰਥ ਤੋਂ ਭਰੋਸਾ ਉੱਠ ਜਾਏਗਾ, ਜਿਵੇਂ ਅੱਜ ਪੰਥ ਦਾ ਭਰੋਸਾ ਉੱਠ ਚੁੱਕਿਆ। ਅੱਜ ਇਹ ਪਾਰਟੀ ਉਸੇ ਤਰ੍ਹਾਂ ਦੀ ਬਣ ਗਈ ਜਿਵੇਂ ਆਮ ਆਦਮੀ ਪਾਰਟੀ ਹੈ, ਕਾਂਗਰਸ ਪਾਰਟੀ ਹੈ, BJP ਹੈ, ਜਾਂ ਕਾਮਰੇਡ ਨੇ, ਉੱਦਾਂ ਦੀ ਉਹ ਪਾਰਟੀ ਹੈ। ਅਤੇ ਮੈਂ ਸਮਝਦਾ ਪਿਛਲੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਜਿੱਡੀਆਂ ਵੱਡੀਆਂ ਉਹਨਾਂ ਤੋਂ ਗਲਤੀਆਂ ਹੋ ਗਈਆਂ, ਜਾਂ ਜਾਣੇ 'ਚ ਹੋ ਗਈਆਂ, ਅਣਜਾਣੇ 'ਚ ਹੋ ਗਈਆਂ। ਦੇਖੋ, ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਗਲੀਆਂ 'ਚ ਖੰਡਾਤਾ। ਖੰਡਾਉਣ ਵਾਲਿਆਂ ਨੇ ਲਲਕਾਰ ਕੇ ਖੰਡਾਇਆ, ਉਹਨਾਂ ਦੇ ਖਿਲਾਫ ਧਰਨਾ ਦੇਣ ਵਾਲਿਆਂ 'ਤੇ ਤਾਂ ਗੋਲੀਆਂ ਚਲਾਤੀਆਂ, ਲੇਕਿਨ ਦੋਸ਼ੀ ਫੜ ਨਾ ਸਕੇ, ਉਹਨਾਂ ਨੂੰ ਜੇਲ੍ਹ 'ਚ ਨਾ ਬੰਦ ਕੀਤਾ ਗਿਆ। ਪੰਥ ਦਾ ਗੁੱਸਾ ਅਤੇ ਰੋਹ ਪੈਦਾ ਹੋਇਆ। ਫਿਰ ਉਸ ਤੋਂ ਬਾਅਦ ਚੋਣਾਂ ਆ ਗਈਆਂ, ਚੋਣਾਂ ਦੇ ਦਰਮਿਆਨ ਸਾਧ ਨੂੰ ਫਿਰ ਮਾਫ ਕਰ ਦਿੱਤਾ। ਮਾਫ ਵੀ ਅਕਾਲ ਤਖਤ ਸਾਹਿਬ ਤੋਂ ਕਰਵਾਇਆ ਵੀ ਦਬਾਅ ਪਾ ਕੇ। ਅਤੇ ਫਿਰ ਉਹਨੂੰ ਉਹਦੀ ਮਾਫੀ ਨੂੰ 95,000 ਲੱਖ ਰੁਪਈਆ ਉਹਦੇ ਪ੍ਰਚਾਰ ਪ੍ਰਸਾਰ ਲਈ ਲਾਤਾ ਵੀ ਦੇਖੋ ਜੀ, ਬੜੀ ਵੱਡੀ ਅਕਾਲ ਤਖਤ ਦਾ ਫੈਸਲਾ, ਪੂਰੇ ਪੰਥ ਨੂੰ ਮੰਨਣਾ ਚਾਹੀਦਾ। ਇਹ ਸਾਰੀਆਂ ਗੱਲਾਂ ਦਾ ਇੱਕ ਗੁੱਸਾ, ਰੋਹ ਪੰਥ ਦੇ ਅੰਦਰ ਭਰਿਆ ਹੋਇਆ। ਜਿੰਨਾ ਚਿਰ ਅਕਾਲ ਤਖਤ 'ਤੇ ਸਨਮੁਖ ਪੇਸ਼ ਹੋ ਕੇ ਮੌਜੂਦਾ ਲੀਡਰਸ਼ਿਪ ਆਪਣੀਆਂ ਗੁਨਾਹਾਂ ਦੀ ਖਿਮਾ ਨਹੀਂ ਮੰਗਦੀ, ਮਾਫੀ ਨਹੀਂ ਮੰਗਦੀ, ਅਕਾਲ ਤਖਤ ਉਹਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਲਾਉਂਦਾ। ਜਿਵੇਂ ਹੁਣ ਸੁੱਚਾ ਸਿੰਘ ਲੰਗਾਹ ਦੇ ਮਾਮਲੇ 'ਚ ਇੱਕ ਸਜ਼ਾ ਲਾਤੀ ਵੀ ਉਹਨੇ ਗੁਨਾਹ ਕੀਤਾ, ਠੀਕ ਹੈ, ਗੁਨਾਹ ਬੰਦੇ ਤੋਂ ਹੋ ਗਿਆ, ਗਲਤੀ ਕਰ ਲਈ,
ਅਕਾਲ ਤਖਤ ਦੀ ਰਹਿਤ ਮਰਿਆਦਾ ਵਿੱਚ ਹੈ ਵੀ ਜੇ ਕੋਈ ਬੰਦਾ ਗਲਤੀ ਕਰ ਲੈਂਦਾ ਅਕਾਲ ਤਖਤ ਸਨਮੁਖ ਪੇਸ਼ ਹੋਵੇ, ਤਨਖਾਹ ਲਵਾ ਕੇ ਉਹਨੂੰ ਮਾਫੀ ਮਿਲ ਜਾਂਦੀ ਹੈ। ਉਹਨਾਂ ਨੇ ਅੱਗੇ ਵੀ ਤਨਖਾਹ ਲਾਤੀ ਵੀ ਤੂੰ 5 ਸਾਲ ਕੋਈ ਧਾਰਮਿਕ ਸੰਸਥਾ ਦੀ ਚੋਣ ਨਹੀਂ ਲੜ ਸਕਦਾ ਤੇ ਨਹੀਂ ਬਣ ਸਕਦਾ। ਤੇ ਜਿਹੜੇ ਇਹ ਲੋਕ ਨੇ ਪੋਲੀਟੀਕਲ ਬੰਦੇ, ਇਹਨਾਂ ਤੇ ਵੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿ 5 ਸਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਹੀਂ ਰਹੋਗੇ, ਤੁਸੀਂ 5 ਸਾਲ ਗੁਰਦੁਆਰਿਆਂ ਦੀ ਚੋਣ ਨਹੀਂ ਲੜ ਸਕੋਗੇ, 5 ਸਾਲ ਤੁਸੀਂ MP ਤੇ MLA ਦੀ ਚੋਣ ਨਹੀਂ ਲੜ ਸਕੋਗੇ ਤੇ 5 ਸਾਲਾਂ ਬਾਅਦ ਤੁਸੀਂ ਫਿਰ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੀ ਸਫਾਈ ਦੇ ਕੇ ਫਿਰ ਤੁਹਾਨੂੰ ਮਾਫੀ ਮਿਲ ਸਕਦੀ ਹੈ। ਇਹ ਜਿੰਨਾ ਚਿਰ ਇਹ ਸਖਤ ਸਜ਼ਾ ਇਹਨਾਂ ਨੂੰ ਨਹੀਂ ਦਿੱਤੀ ਜਾਂਦੀ ਮੌਜੂਦਾ ਲੀਡਰਸ਼ਿਪ ਨੂੰ, ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਇਹਨਾਂ ਦਾ ਅਕਸ ਜਿਹੜਾ ਪੰਥ ਵਿੱਚ ਬਹਾਲ ਨਹੀਂ ਹੋ ਸਕਦਾ, ਪੰਥ ਇਹਨਾਂ ਨੂੰ ਪ੍ਰਵਾਨ ਨਹੀਂ ਕਰ ਸਕਦਾ। ਸੁੱਚਾ ਸਿੰਘ ਲੰਗਾਹ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੂੰ ਸਜ਼ਾ ਵੀ ਜਿਹੜੀ ਉਹਨੂੰ ਲੱਗ ਗਈ ਹੈਗੀ ਹੈ ਤੇ ਲੋਕ ਉਹ ਵੀ ਮੰਨਣ ਨੂੰ ਤਿਆਰ ਨਹੀਂ। ਪੰਥ ਕਹਿ ਰਿਹਾ ਵੀ ਜਿਹੜੇ ਸਿੱਖ ਪੰਥ ਜਾਂ ਸੰਗਤ ਜਿਹੜੀ ਆ ਉਹਦੇ ਖਿਲਾਫ ਬਿਆਨਬਾਜ਼ੀ ਜਿਹੜੀ ਆ ਹੁਣ ਵੀ ਸਾਹਮਣੇ ਆ ਰਹੀ ਹੈ ਵੀ ਨਹੀਂ ਉਹਨੂੰ ਸ਼ਾਮਲ ਕਰਨਾ ਚਾਹੀਦਾ, ਦੇਖੋ ਨਹੀਂ ਉਹਨੂੰ ਇਸ ਤਰ੍ਹਾਂ ਦੀ ਧਾਰਮਿਕ ਸਜ਼ਾ ਨਹੀਂ ਲਾਉਣੀ ਚਾਹੀਦੀ। ਦੇਖੋ ਇਹ ਨਹੀਂ ਹੈ ਬਿਲਕੁਲ, ਇਹ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਬਕਾਇਦਾ ਵੀ ਜੇ ਕੋਈ ਬੰਦਾ ਕਿਸੇ ਤੋਂ ਕੋਈ ਗੁਨਾਹ ਹੋ ਜਾਂਦਾ ਉਹ ਅਕਾਲ ਤਖਤ ਸਾਹਿਬ ਦੇ 5 ਪਿਆਰਿਆਂ ਦੇ ਅੱਗੇ ਸਨਮੁਖ ਹੋਵੇ, ਪੇਸ਼ ਹੋ ਕੇ ਉੱਥੇ ਤਨਖਾਹ ਲਵਾਵੇ। ਅਕਾਲ ਤਖਤ ਜੋ ਉਹਨੂੰ ਤਨਖਾਹ ਲਵੇ ਉਹਨੂੰ ਭੁਗਤੇ, ਪ੍ਰਵਾਨ ਕਰੇ ਤੇ ਤਨਖਾਹ ਲਵਾਉਣ ਤੋਂ ਬਾਅਦ ਮੁੜ ਕੇ ਦੁਆਰੇ ਪੂਰੀ ਕਰਕੇ ਫਿਰ ਆਪਣਾ ਪੰਥ ਵੀ ਸ਼ਾਮਲ ਹੋ ਜਾਵੇ। ਜੇ ਤੁਸੀਂ ਤਨਖਾਹਾਂ ਹੀ ਲਾਈ ਜਾਓਗੇ, ਗਲਤੀਆਂ ਤਾਂ ਬੰਦੇ ਕਰਦੇ ਨੇ, ਹੋ ਜਾਂਦੀਆਂ ਨੇ ਜਾਣੇ ਅਣਜਾਣੇ 'ਚ। ਜੇ ਤੁਸੀਂ ਗਲਤੀਆਂ ਕਰਦੇ ਹੀ ਰਹੋਗੇ ਫਿਰ ਤੁਸੀਂ ਸਜ਼ਾ ਦੇਣ ਦੀ ਬਜਾਏ ਉਹਨੂੰ ਮਤਲਬ ਪੰਥ 'ਚ ਮੁੜ ਕੇ ਸ਼ਾਮਲ ਕਰਨ ਦੀ ਬਜਾਏ ਫਿਰ ਤਾਂ ਤੁਸੀਂ ਪੰਥ ਵਿਰੋਧੀਆਂ ਦਾ ਇੱਕ ਬਹੁਤ ਵੱਡਾ ਟੋਲਾ ਹੀ ਖੜਾ ਕਰਕੇ ਖੜ੍ਹ ਜਾਓਗੇ। ਇਹ ਅਕਾਲ ਤਖਤ ਦੀ ਸੁਪਰਮੇਸੀ ਨੂੰ ਅਸੀਂ ਵਧੋ ਵਧੀ ਚੈਲੰਜ ਕਰਦੇ ਹਾਂ। ਇੱਦਾਂ ਨਹੀਂ ਕਿਸੇ ਨੂੰ ਬਿਆਨ ਦੇਣਾ ਚਾਹੀਦਾ। ਅਕਾਲ ਤਖਤ ਸੁਪਰੀਮ ਹੈ, ਉਹਦਾ ਹੁਕਮ ਪ੍ਰਵਾਨ ਕਰਨਾ ਚਾਹੀਦਾ, ਮੰਨਣਾ ਚਾਹੀਦਾ। ਬਿਲਕੁਲ, ਇਨਸਾਨ ਜਿਹੜਾ ਗਲਤੀਆਂ ਦਾ ਪੁਤਲਾ, ਇਨਸਾਨ ਹੀ ਜਿਹੜੇ ਗਲਤੀਆਂ ਕਰਦਾ ਤੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸੋ ਬਹੁਤ ਸਾਰੇ ਮਸਲੇ ਜਿਹੜੇ ਹੈਗੇ ਨੇ ਸਿੱਖ ਪੰਥ ਦੇ ਜਿਉਂ ਦੇ ਤਿਉਂ ਖੜੇ ਆ ਤੇ ਅੱਜ ਆਪਾਂ ਮੁੱਖ ਤੌਰ ਤੇ ਜਿਹੜਾ ਮੁੱਦਾ ਜਥੇਦਾਰ ਪਟਨਾ ਸਾਹਿਬ ਦਾ ਹੈਗਾ ਉਹਦੇ ਬਾਰੇ, ਉਹ ਵਿਵਾਦ ਜਿਹੜਾ ਭਖਿਆ ਹੋਇਆ ਉਹਦੇ ਬਾਰੇ ਗੱਲਬਾਤ ਕੀਤੀ ਤੇ ਹੋਰ ਇਹਦੇ ਨਾਲ ਜੁੜਦੇ ਜਿਹੜੇ ਅਕਾਲੀ ਦਲ ਦੇ ਅਧਿਕਾਰ ਹੈ, ਸ਼੍ਰੋਮਣੀ ਕਮੇਟੀ ਦਾ ਮਸਲਾ ਹੈ, ਸੁੱਚਾ ਸਿੰਘ ਲੰਗਾਹ ਦਾ ਜਿਹੜਾ ਮਸਲਾ ਇਹਦੇ ਬਾਬਤ ਜਥੇਦਾਰ ਕਰਨੈਲ ਸਿੰਘ ਪੰਜੋਲੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਨੇ ਪੱਖ ਜਿਹੜਾ ਆਪਣਾ ਪੱਖ ਇਸ ਬਾਬਤ ਆਪਣੇ ਵਿਚਾਰ ਜਿਹੜੇ ਉਹ ਰੱਖੇ ਆ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਪ੍ਰਵਿੰਦਰ ਦੇ ਨਾਲ ਜਗਜੀਤ ਸਿੰਘ ਪੰਜੋਲੀ। ਧੰਨਵਾਦ।